ਵਾਰੀ ਪਿਆਰ ਵਿੱਚ ਆਣ ਕੇ ਮਹਾਪੁਰਸ਼ਾਂ ਨੂੰ ਚਿੱਤ ਵਿੱਚ ਵਸਾਉਂਦੇ ਹੋਏ ਆਪਾਂ ਵੀ ਸਾਰੇ ਵਾਹਿਗੁਰੂ ਦਾ ਸਿਮਰਨ ਕਰ ਲਈਏ। ਗੱਜ ਕੇ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਭਾਈ ਗੁਰਦਾਸ ਜੀਆਂ ਦਾ ਕਥਨ ਹੈ, ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਵਾਹਿਗੁਰੂ ਸ਼ਬਦ ਦਾ ਗੁਰ ਮੰਤਰ, ਔਰ ਉਸ ਗੁਰ ਮੰਤਰ ਦਾ ਜਦੋਂ ਇਨਸਾਨ ਜਾਪ ਕਰਦਾ ਹੈ ਨਾ, ਉਹਦੇ ਹਉਮੈ ਦੇ ਰੋਗ ਦੂਰ ਹੋ ਜਾਂਦੇ ਨੇ। ਤੇ ਪਾਤਸ਼ਾਹ ਜੀ ਦੀ ਬਾਣੀ ਦਾ ਫੈਸਲਾ ਹੈ, ਹਉਮੈ ਦੀਰਘ ਰੋਗ ਹੈ ਦਾਰੂ ਵੀ ਇਸ ਮਾਹੀ। ਕਹਿੰਦੇ ਨੇ ਹਉਮੈ ਦਾ ਇੱਕ ਐਸਾ ਨਾਮਰਾਦ ਰੋਗ ਹੈ ਜਿਹਦਾ ਇਲਾਜ ਕੋਈ ਦਵਾਈ ਨਹੀਂ, ਕੋਈ ਦਾਰੂ ਨਹੀਂ, ਕੋਈ ਵੈਦ ਨਹੀਂ, ਕੋਈ ਹਕੀਮ ਨਹੀਂ। ਤੇ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ, ਜੇ ਇਸ ਹਉਮੈ ਦੇ ਰੋਗ ਤੋਂ ਮੁਕਤ ਹੋਣਾ ਹੈ ਨਾ, ਇਹ ਜੀਵ ਆਤਮਾ ਜੇ ਪੰਜ ਭੂਤਕ ਸਰੀਰ ਦੇ ਹੰਕਾਰ ਨੂੰ ਤਿਆਗਣਾ ਹੈ ਨਾ, ਤੇ ਫਿਰ ਤੇਰੀ ਰਸਨਾ ਉੱਤੇ ਹਰ ਵੇਲੇ ਵਸ ਜਾਵੇ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਕਹਿਣ ਦੇ ਨਾਲ ਮੁਖ ਪਵਿੱਤਰ ਹੁੰਦਾ ਹੈ, ਆਤਮਾ ਬਲਵਾਨ ਬਣਦੀ ਹੈ, ਚਿੱਤ ਪਰਮਾਤਮਾ ਦੇ ਚਰਨਾਂ ਨਾਲ ਜੁੜਦਾ ਹੈ, ਔਰ ਉਸ ਪਰਮਾਤਮਾ ਦਾ ਪਿਆਰ ਹਿਰਦੇ ਵਿੱਚ ਵਸ ਜਾਂਦਾ ਹੈ। ਇੱਕ ਵਾਰੀ ਗੱਜ ਕੇ ਫੇਰ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਆਓ ਮਹਾਪੁਰਸ਼ਾਂ ਦੇ ਤਪ ਸਥਾਨ ਉੱਤੇ 13ਵੇਂ ਸਾਲਾਨਾ ਸਮਾਗਮ ਦੀਆਂ ਹਾਜ਼ਰੀਆਂ ਭਰ ਰਹੇ ਸ਼੍ਰੀਮਾਨ ਸੰਤ ਬਾਬਾ ਅਨੰਤ ਰਾਮ ਜੀ ਡੰਡੇ ਵਾਲਿਆਂ ਦੇ ਪਿਆਰ ਨੂੰ ਕਬੂਲਦੇ ਹੋਏ ਦੇਵਤਿਆਂ ਦੀ ਨਿਆਈ ਵਿਸ਼ੀ ਹੋਈ ਸ਼ਫਾ ਦੇ ਉੱਤੇ ਚੌਂਕੜੇ ਮਾਰ ਕੇ ਬੈਠੇ ਜੇ, ਔਰ ਇਸ ਲੜੀਵਾਰ ਦੀਵਾਨ ਨੂੰ ਆਪਣੇ ਘਰੇਲੂ ਰੁਝੇਵਿਆਂ ਨੂੰ ਤਿਆਗਦੇ ਹੋਏ, ਛੱਡਦੇ ਹੋਏ ਮਹਾਪੁਰਸ਼ਾਂ ਦਾ ਪਿਆਰ ਕਬੂਲਣ ਵਾਸਤੇ ਆਏ ਜੇ। ਆਓ ਮੈਂ ਸਾਰਿਆਂ ਦੇ ਵਾਸਤੇ ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਕਰਾਂ। ਗਰੀਬ ਨਵਾਜ਼ ਸਤਿਗੁਰ ਪਾਤਸ਼ਾਹ ਜੀਓ, ਜਿਹੜੀ ਜਿਹੜੀ ਭਾਵਨਾ ਲੈ ਕੇ ਆਪ ਜੀ ਦੇ ਪਵਿੱਤਰ ਦਰਬਾਰ ਉੱਤੇ ਸੰਗਤਾਂ ਆਈਆਂ ਨੇ, ਉਹ ਭਾਵਨਾਵਾਂ ਪੂਰੀਆਂ ਕਰਿਓ। ਕਦਮ ਕਦਮ ਲੇਖੇ ਵਿੱਚ ਲਾਇਓ। ਇੱਥੇ ਕੋਈ ਸਾਈਕਲ ਸਟੈਂਡ ਦੀ ਸੇਵਾ, ਮੋਟਰਸਾਈਕਲ ਸਟੈਂਡ ਦੀ ਸੇਵਾ ਕਰ ਰਿਹਾ ਹੈ, ਕੋਈ ਜੋੜੇ ਘਰ ਵਿੱਚ ਜੋੜਿਆਂ ਦੀ ਸੇਵਾ ਕਰ ਰਿਹਾ ਹੈ, ਕੋਈ ਲੰਗਰ ਬਣਾਉਣ ਵਿੱਚ ਰੁੱਝੇ ਹੋਏ ਨੇ ਤੇ ਕੁਝ ਲੰਗਰ ਵਰਤਾਉਣ ਵਿੱਚ ਰੁੱਝੇ ਹੋਏ ਨੇ, ਤੇ ਮੇਰੇ ਵਰਗੇ ਲੰਗਰ ਛਕ ਕੇ ਵੀ ਸੇਵਾ ਕਰ ਰਹੇ ਨੇ, ਕਿਉਂਕਿ ਪਕਾਏ ਦਾ ਕੀ ਫਾਇਦਾ ਜੇ ਛਕਣ ਵਾਲੇ ਨਹੀਂ ਹੋਏ। ਇਹ ਵੀ ਇੱਕ ਸੇਵਾ ਹੀ ਹੈ, ਔਰ ਤੁਸੀਂ ਹਰ ਜਥੇ ਨੂੰ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਚੋਂ ਲਾਹਾ ਪ੍ਰਾਪਤ ਕਰ ਰਹੇ ਹੋ। ਪਵਿੱਤਰ ਸਥਾਨਾਂ ਉੱਤੇ ਜੋੜ ਮੇਲਿਆਂ ਵਿੱਚ ਜੁੜਿਆ ਜਾਂਦਾ ਹੈ, ਇਤਿਹਾਸ ਸਰਵਣ ਕਰਨ ਵਾਸਤੇ, ਕਥਾ ਵਿਚਾਰਾਂ ਸਰਵਣ ਕਰਨ ਵਾਸਤੇ, ਔਰ ਅਰਦਾਸ ਕੀਤੀ ਜਾਂਦੀ ਹੈ, ਸਤਿਗੁਰ ਪਾਤਸ਼ਾਹ ਜੀਓ, ਘਰਾਂ ਦੇ ਰਜੇਵਿਆਂ ਨੂੰ ਤਿਆਗ ਕੇ ਤੁਹਾਡੇ ਚਰਨਾਂ ਵਿੱਚ ਆਏ ਹਾਂ, ਕਿਰਪਾ ਕਰੋ ਇਤੋਂ ਕੁਝ ਗਵਾ ਕੇ ਜਾਈਏ ਤੇ ਇਤੋਂ ਕੁਝ ਪ੍ਰਾਪਤ ਕਰਕੇ ਜਾਈਏ। ਹੁਣ ਮੇਰੇ ਮਨ ਵਿੱਚ ਵਿਚਾਰ, ਅਸੀਂ ਆਪਣੇ ਆਪ ਕਰਨੀ ਹੈ, ਅਸੀਂ ਗਵਾਉਣਾ ਕੀ ਹੈ ਤੇ ਅਸੀਂ ਪਾਉਣਾ ਕੀ ਹੈ। ਤੇ ਕਈ ਤੇ ਬਾਹਰ ਬੈਠੇ ਸੁਣ ਲੈ, ਇਹ ਵੀ ਕਹਿ ਰਹੇ ਹੋਵਣਗੇ ਕਿ ਪਤਾ ਨਹੀਂ ਭਾਈ ਨੂੰ ਸਟੇਜ ਉੱਤੇ ਕੀ ਹੋ ਗਿਆ। ਬਾਬੇ ਦੇ ਦਰਬਾਰ ਤੋਂ ਤੇ ਪਾਉਣ ਵਾਸਤੇ ਆਉਂਦੇ ਆ, ਇਹ ਗਵਾਉਣ ਦੀਆਂ ਗੱਲਾਂ ਪਿਆ ਕਰਦਾ ਹੈ। ਪਰ ਸਾਧ ਸੰਗਤ ਜੀਓ, ਬਾਬੇ ਨੂੰ ਕਹਿਣਾ ਹੈ, ਬਾਬਾ ਜਿਹੜਾ ਝੂਠ ਬੋਲਦੇ ਆ ਉਹ ਸਾਡਾ ਗਵਾ ਦੇ, ਪਰਾਈ ਨਿੰਦਿਆ ਕਰਨੀ ਸਾਡੇ ਕੋਲੋਂ ਗਵਾ ਦੇ, ਕਿਸੇ ਦਾ ਹੱਕ ਮਾਰਨਾ ਅਸੀਂ ਛੱਡ ਦਈਏ, ਇਹ ਗਵਾ ਦੇ। ਤੇ ਜੇਕਰ ਨਿਤਨੇਮ ਨਹੀਂ ਕਰਦੇ, ਨਿਤਨਾਮ ਦੀ ਦਾਤ ਸਾਡੀ ਝੋਲੀ ਵਿੱਚ ਪਾ ਦੇ। ਪਰਮਾਤਮਾ ਜ਼ਿੰਦਗੀ ਚੋਂ ਵਕਾਰ ਗਵਾ ਦੇ, ਤੇਰੇ ਦਰ ਉੱਤੇ ਆਏ ਆ, ਤੇ ਆਪਣੀਆਂ ਰਹਿਮਤਾਂ ਦੇ ਨਾਲ ਝੋਲੀਆਂ ਭਰ ਦੇ। ਇਸ ਮੁਖ ਵਿੱਚੋਂ ਜਦੋਂ ਵੀ ਕਿਤੇ ਕੋਈ ਬੋਲ ਨਿਕਲੇ, ਇਹ ਨਿਕਲੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
ਜਦੋਂ ਜੀਭਾ ਖੁੱਲੇ ਸੁਰਬਤ ਦੇ ਭਲੇ ਦੀ ਕਾਮਨਾ ਕਰਨ ਵਾਸਤੇ ਖੁੱਲੇ, ਜਦੋਂ ਨੇਤਰ ਤੱਕਣ ਬਰਾਬਰ ਦੀ ਤੋਂ ਭੈਣ ਦੇ ਰੂਪ ਵਿੱਚ ਤੱਕਣ, ਆਪ ਤੋਂ ਵਡੇਰੀ ਨੂੰ ਮਾਂ ਦੇ ਰੂਪ ਵਿੱਚ ਤੱਕਣ, ਤੇ ਆਪ ਤੋਂ ਛੋਟੀ ਨੂੰ ਧੀ ਦੇ ਰੂਪ ਵਿੱਚ ਤੱਕਣ। ਜਦੋਂ ਐਸੀ ਅਵਸਥਾ ਬਣ ਜਾਵੇਗੀ, ਜਦੋਂ ਐਸੀ ਮੁਹੱਬਤ ਬਣ ਜਾਵੇਗੀ, ਫਿਰ ਸਾਧ ਸੰਗਤ ਜੀ ਸੱਚਮੁੱਚ ਸਾਡਾ ਮਹਾਂਪੁਰਸ਼ਾਂ ਦੇ ਪਵਿੱਤਰ ਸਥਾਨ ਉੱਤੇ ਆਣ ਕੇ ਕੀਤੀਆਂ ਹੋਈਆਂ ਸੇਵਾਵਾਂ ਕਰਨ ਦਾ ਸਮਾਂ ਜਿਹੜਾ ਉਹ ਸਫਲਾ ਹੋ ਜਾਵੇਗਾ। ਗਵਾ ਕੇ ਵਕਾਰ ਜਾਣੇ ਨੇ, ਲੈ ਕੇ ਕੋਈ ਗਿਆਨ ਦੀ ਗੱਲ ਜਾਣੀ ਹੈ, ਪੱਲੇ ਕੁਝ ਚੰਗੀ ਗੱਲ ਬੰਨ ਕੇ ਜਾਣੀ ਹੈ। ਇਹ ਤਾਂ ਹੀ ਹੋਵੇਗੀ ਜੇ ਮਨ ਕਰਕੇ ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜੇ ਹੋਵਾਂਗੇ। ਹੁਣ ਕੱਪੜਾ ਗੰਦਾ ਹੋ ਜਾਵੇ, ਬੜੇ ਤਰ੍ਹਾਂ ਦੇ ਯੰਤਰ ਚੱਲੇ ਨੇ ਜਿਹਦੇ ਨਾਲ ਸਾਫ਼ ਹੋ ਜਾਂਦੇ ਨੇ, ਤੇ ਪਰ ਇਨਸਾਨ ਦੀ ਮੱਤ ਗੰਦੀ ਹੋ ਜਾਵੇ, ਮੈਲੀ ਹੋ ਜਾਵੇ, ਉਹਨੂੰ ਸਾਫ਼ ਕਰਨ ਵਾਸਤੇ ਕੋਈ ਇਹੋ ਜਿਹੇ ਯੰਤਰ ਨਹੀਂ ਜੇ ਕੰਮ ਆਉਂਦੇ, ਨਾ ਸਰਫ, ਨਾ ਸਾਬਣ, ਤੇ ਨਾ ਕੋਈ ਸ਼ੈਂਪੂ। ਕਹਿੰਦੇ ਨੇ ਜੇ ਮਨ ਨੂੰ ਸਾਫ਼ ਕਰਨਾ ਹੈ, ਲੱਗੀ ਹੋਈ ਮੈਲ ਨੂੰ ਉਤਾਰਨਾ ਹੈ, ਤੇ ਫਿਰ ਇਹਨੂੰ ਨਾਮ ਦਾ ਰੰਗ ਚਾੜਨਾ ਪਵੇਗਾ। ਇਹਨੂੰ ਰੰਗ ਦੇ ਵਿੱਚ, ਪ੍ਰਮਾਤਮਾ ਦੇ ਰੰਗ ਵਿੱਚ ਰੰਗਣਾ ਪਵੇਗਾ। ਧੁੱਪ ਜਾਵੇਗੀ ਉਹ ਵਕਾਰਾਂ ਦੀ ਮਾਇਲ ਜਿਹੜੀ ਇਨਸਾਨ ਦੀ ਆਤਮਾ ਨੂੰ ਲੱਗੀ ਹੋਈ ਹੈ। ਆਪ ਜੀਆਂ ਨੇ ਸਰਵਣ ਕੀਤਾ ਇਹਨਾਂ ਨਾਲ ਦੇ ਸਾਥੀਆਂ ਦੇ ਕੋਲੋਂ, ਬੰਦਿਆ ਜੇ ਜੀਵਨ ਸਫਲ ਬਣਾਉਣਾ ਹੈ, ਜੇ ਚਾਹੁੰਦਾ ਹੈ ਤੇਰਾ 84 ਲੱਖ ਵਿੱਚ ਆਈ ਮਨੁੱਖਾ ਦੇ ਹੀ ਤੇਰੇ ਹਿੱਸੇ ਵਿੱਚ ਮਿਲੀ ਏ, ਇਹ ਸੁਭਾਗਾ ਜਮਾ ਮਿਲਿਆ ਏ, ਇਹ ਸਭ ਸਫਲਾ ਹੋ ਜਾਵੇ, ਤੇ ਫਿਰ ਜਿੱਥੇ ਆਪਣੇ ਪਰਿਵਾਰ ਵਾਸਤੇ ਰੋਜ਼ਗਾਰ ਕਰਨਾ ਜ਼ਰੂਰੀ ਹੈ ਨਾ, ਉੱਥੇ ਯਾਦ ਰੱਖ 3 ਟਾਈਮ ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜਨਾ ਵੀ ਜ਼ਰੂਰੀ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੋਗਾ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ। ਇਸ਼ਨਾਨ ਕਾਹਦੇ ਨਾਲ ਕਰਨਾ ਹੈ? ਪਾਣੀ ਦੇ ਨਾਲ। ਪਾਣੀ ਨਾਲ ਇਸ਼ਨਾਨ ਕਰਕੇ ਸਰੀਰ ਸਵੱਛ ਹੋ ਜਾਵੇਗਾ, ਤੇ ਫਿਰ ਮਨ ਨੂੰ ਜੋੜ ਲੈ ਬਾਣੀ ਦੇ ਨਾਲ, ਚੌਂਕੜਾ ਮਾਰ ਲੈ, ਹੱਥ ਵਿੱਚ ਗੁਟਕਾ ਸਾਹਿਬ ਪਕੜ ਲੈ, ਤੇਰੀ ਆਤਮਾ ਪਵਿੱਤਰ ਹੋ ਜਾਵੇਗੀ। ਤੇ ਫਿਰ ਸਾਰਾ ਦਿਨ ਆਪਣੇ ਦਸਾਂ ਨੌਹਾਂ ਦੀ ਕਿਰਤ ਕਰ। ਸ਼ਾਮ ਪਵੇ, ਸੂਰਜ ਢਲੇ ਨੂੰ ਕਹਿੰਦੇ ਨੇ ਸੰਧਿਆ ਦਾ ਸਮਾਂ, ਤੇ ਸੰਧਿਆ ਦੇ ਸਮੇਂ ਫਿਰ ਤੇਰੇ ਹੱਥ ਵਿੱਚ ਗੁਟਕਾ ਸਾਹਿਬ ਹੋਵੇ ਜਾਂ ਕੰਠ ਕੀਤੀ ਬਾਣੀ ਹੋਵੇ, ਤੇ ਜਦੋਂ ਸੂਰਜ ਢਲਣ ਲੱਗ ਪਵੇ ਤੇਰੇ ਮੁਖ ਵਿੱਚੋਂ 100 ਦਰ ਦੀਆਂ ਪੰਕਤੀਆਂ ਜਿਹੜੀਆਂ ਨੇ ਆਪਣੇ ਆਪ ਨਿਕਲਣੀਆਂ ਆਰੰਭ ਹੋ ਜਾਣ। ਫਿਰ ਜਦੋਂ ਤੂੰ ਭੋਜਨ ਛਕੇ, ਮੈਂ ਅੱਜ ਇੱਕ ਪੋਸਟ ਪੜ੍ਹ ਰਿਹਾ ਸਾਂ, ਉਹ ਕਹਿੰਦੇ ਨੇ ਜਾਨਵਰ ਇੱਕ ਇੱਕ ਕਰਕੇ 100 ਦਾਣਾ ਚੁਗੇ ਤੇ 100 ਵਾਰ ਸਿਰ ਨਵਾਉਂਦਾ ਏ। ਇਨਸਾਨ ਤੂੰ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਦੀ ਜਾਚ ਸਿੱਖ ਲੈ। ਜਦੋਂ ਭੋਜਨ ਪਰੋਸ ਕੇ ਤੇਰੇ ਅੱਗੇ ਰੱਖਿਆ ਹੋਵੇ, ਤੇ ਉਸ ਭੋਜਨ ਨੂੰ ਛਕਣ ਤੋਂ ਪਹਿਲਾਂ ਦੋਵੇਂ ਹੱਥ ਜੋੜ ਕੇ, ਜੇ ਜ਼ਿਆਦਾ ਨਹੀਂ ਕਰ ਸਕਦਾ ਤੇ ਇੱਕ ਵਾਰੀ ਮੁਖ ਚੋਂ ਕਹਿ ਲਿਆ ਕਰ, ਪ੍ਰਮਾਤਮਾ ਤੇਰਾ ਧੰਨਵਾਦ, ਤੇਰਾ ਸ਼ੁਕਰਾਨਾ, ਇਸ ਭੋਜਨ ਦੀ ਗਰਾਈ ਨੂੰ ਮੇਰੇ ਤੱਕ ਪਹੁੰਚਾਇਆ ਹੈ ਸਤਿਗੁਰ ਪਾਤਸ਼ਾਹ, ਤੇਰਾ ਕੋਟਾਨਾ ਕੋਟ ਧੰਨਵਾਦ। ਤੇ ਸੱਚ ਜਾਣਿਓ ਪਕਾਉਣ ਵਾਲਿਆਂ ਦਾ ਵੀ ਭਲਾ ਹੋ ਜਾਵੇਗਾ, ਤੇ ਛਕਣ ਵਾਲਿਆਂ ਦਾ ਵੀ ਆਧਾਰ ਹੋ ਜਾਵੇਗਾ। ਤੇ ਕਹਿ ਦਿਆ ਕਰਿਓ ਸਤਿਗੁਰ ਪਾਤਸ਼ਾਹ ਜੀ ਰਹਿਮਤ ਕਰੀ, ਇਹ ਤੇਰੀ ਕਿਰਪਾ ਤੋਂ ਬਗੈਰ ਕੁਝ ਵੀ ਨਹੀਂ। ਤੇ ਇੱਕ ਪੰਗਤੀ ਆਈ ਹੈ ਨਾ ਵਿੱਚ, ਜਦੋਂ ਖੇਤ ਚਿੜੀ ਨੇ ਚੁਗ ਲਿਆ ਤੇ ਫਿਰ ਪਛਤਾਉਣਾ ਹੈ, ਤੇ ਪਛਤਾਉਣ ਦਾ ਫਾਇਦਾ ਕੋਈ ਨਹੀਂ। ਕਿਹਾ ਜਾਂਦਾ ਨਾ ਜਵਾਨੀ 'ਚ ਕਹੀਏ ਕਿ ਨਾਮ ਜਪ ਲੈ, ਉਹਨੇ ਆਖਣਾ ਬਾਬਿਓ ਕਿਹੜੀਆਂ ਗੱਲਾਂ 'ਚ ਪਏ ਜੇ, ਜਵਾਨੀ ਤੇ ਖੇਡਣ ਮੱਲਣ ਦੀ ਹੈ। ਤੇ ਜੇ ਕਿਤੇ ਥੋੜਾ ਜਿਹਾ ਵਡੇਪਾ ਆ ਜਾਵੇ, ਫਿਰ ਪੋਤੀ ਪੋਤਰਿਆਂ ਦੇ ਵਿਆਹਾਂ ਵੱਲ ਧਿਆਨ ਚਲਿਆ ਜਾਂਦਾ ਹੈ। ਤੇ ਜਦੋਂ ਥੋੜਾ ਜਿਹਾ ਜ਼ਿਆਦਾ ਵਡੇਪਾ ਆ ਜਾਵੇ, ਫਿਰ ਮਾਲਾ ਹੱਥ ਵਿੱਚ ਆ ਜਾਂਦੀ ਹੈ, ਤੇ ਨਾ ਇਨਸਾਨ ਮਾਲਾ ਹੀ ਫੇਰਨ ਜੋਗਾ ਰਹਿੰਦਾ ਹੈ, ਤੇ ਨਾ ਪ੍ਰਮਾਤਮਾ ਦਾ ਨਾਮ ਹੀ ਚਿੱਤ ਵਿੱਚ ਆਉਂਦਾ ਹੈ। ਤੇ ਜਿਹੜੇ ਬਚਪਨਾ ਸੰਭਾਲ ਲੈਂਦੇ ਨੇ ਉਹਨਾਂ ਦੀ ਜਵਾਨੀ ਸਵਾਰੀ ਜਾਂਦੀ ਹੈ, ਜਿਹੜੇ ਜਵਾਨੀ ਸਵਾਰ ਲੈਂਦੇ ਨੇ ਉਹਨਾਂ ਦਾ ਵਡੇਪਾ ਸਵਾਰਿਆ ਜਾਂਦਾ ਹੈ, ਤੇ ਜਿਹੜੇ ਆਪਣਾ ਵਡੇਪਾ ਵੀ ਸਵਾਰ ਲੈਂਦੇ ਨੇ ਉਹਨਾਂ ਦਾ ਆਇਆ ਇਸ ਸੰਸਾਰ ਉੱਤੇ ਸਫਲ ਹੋ ਜਾਂਦਾ ਹੈ, ਜਿਵੇਂ ਸ਼੍ਰੀਮਾਨ ਸੰਤ ਬਾਬਾ ਅਨੰਤ ਰਾਮ ਜੀ ਡੰਡੇ ਵਾਲਿਆਂ ਨੇ ਸਵਾਰਿਆ। ਉਹਨਾਂ ਦੇ ਗਾੜੀ ਪਾਏ ਹੋਏ ਪੂਰਨਿਆਂ ਉੱਤੇ ਚੱਲਣ ਵਾਲੀਆਂ ਤੁਸੀਂ ਮਹਾਨ ਰੂਹਾਂ। ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ ਜਦੋਂ ਵੀ ਕਿਤੇ ਫੋਨ ਤੇ ਗੱਲ ਹੋਵੇ ਜਾਂ ਰਸਤੇ ਵਿੱਚ ਮਿਲਣ,
ਤੇ ਸਭ ਤੋਂ ਪਹਿਲੋਂ ਮੁਖ ਵਿੱਚੋਂ ਆਵਾਜ਼ ਨਿਕਲਦੀ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਨ੍ਹਾਂ ਦੀ ਰਸਨਾ ਉੱਤੇ ਵਾਹਿਗੁਰੂ, ਉਹਨਾਂ ਦਾ ਆਇਆ ਇਸ ਸੰਸਾਰ ਉੱਤੇ ਸਫਲਾ। ਉਹਨਾਂ ਦੇ ਲੋਕ ਸੁਖੀਏ, ਉਹਨਾਂ ਦੇ ਪ੍ਰਲੋਕ ਸਹੇਲੇ ਬਣ ਗਏ। ਮੇਰੇ ਆਦਰਨੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਮਤਾਬ ਸਿੰਘ ਜੀ ਬੈਠੇ ਨੇ, ਗੁਰੂ ਘਰ ਦੇ ਮਹਾਨ ਕਥਾਵਾਚਕ, ਜਿਨ੍ਹਾਂ ਉੱਤੇ ਗੁਰੂ ਦੀ ਬੜੀ ਰਹਿਮਤ ਹੈ। ਵਿਦੇਸ਼ਾਂ ਦੀ ਧਰਤੀ ਉੱਤੇ ਵੀ ਗੁਰੂ ਦਾ ਹਰ ਜਸ ਕਰਕੇ ਆਏ ਨੇ। ਸਾਰੀਆਂ ਹੀ ਤੁਸੀਂ ਪਿਆਰ ਵਿੱਚ ਭਿੱਜੀਆਂ ਹੋਈਆਂ, ਨਾਮ ਦੇ ਵਿੱਚ ਰੰਗੀਆਂ ਹੋਈਆਂ ਰੂਹਾਂ ਜੇ। ਆਓ ਮੈਂ ਸਾਰਿਆਂ ਵਾਸਤੇ ਅਰਦਾਸ ਕਰਾਂ, ਸਤਿਗੁਰ ਪਾਤਸ਼ਾਹ ਜੀ ਚੜ੍ਹਦੀਆਂ ਕਲਾ ਕਰਨ। ਪਿਆਰ ਵਿੱਚ ਆਵੋ, ਗੱਜ ਕੇ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਧਰੋਂ ਮੇਰੇ ਬਜ਼ੁਰਗ ਘੜੀ ਵੱਲ ਧਿਆਨ ਮਾਰ ਰਹੇ ਨੇ ਕਿ ਘੰਟਾ ਤੇ ਇੱਕ ਹੈ ਤੇ ਗੱਲਾਂ ਬਾਤਾਂ ਚ ਹੀ ਨਾ ਲੰਘ ਜਾਵੇ। ਆਓ ਮੈਂ ਤੁਹਾਨੂੰ ਹੁਣ ਥੋੜਾ ਜਿਹਾ ਇਤਿਹਾਸ ਦੇ ਨਾਲ ਵੀ ਜੋੜਾਂ। ਬਜ਼ੁਰਗੋ, ਇਹ ਗੱਲਾਂ ਵੀ ਜ਼ਰੂਰੀ ਸਨ, ਕਿਉਂਕਿ ਗੱਲਾਂ ਭਾਵੇਂ ਨਿੱਕੀਆਂ ਨਿੱਕੀਆਂ ਨੇ, ਜਦ ਤੱਕ ਇਹਨਾਂ ਉੱਤੇ ਗੌਰ ਨਾ ਕਰਾਂਗੇ ਓਨੀ ਦੇਰ ਤੱਕ ਸਾਡੇ ਜੀਵਨ ਵਿੱਚ, ਸਾਡੀ ਜ਼ਿੰਦਗੀ ਵਿੱਚ ਸੁਧਾਰ ਨਹੀਂ ਆਵੇਗਾ, ਨਹੀਂ ਬਦਲਿਆ ਜਾਵੇਗਾ ਸਾਡਾ ਜੀਵਨ, ਜਦ ਤੱਕ ਇਹਨਾਂ ਵੱਲ ਧਿਆਨ ਨਾ ਦੇਵਾਂਗੇ। ਆਓ ਲੈ ਚੱਲੀਏ ਉਹਨਾਂ ਮਰਦਾਂ ਵੱਲ ਧਿਆਨ, ਜਿਨ੍ਹਾਂ ਮਰਦਾਂ ਨੇ ਸਵਾ ਲੱਖ ਨਾਲ ਟੱਕਰ ਲੈਣ ਦੀ ਤਾਕਤ ਰੱਖ ਲਈ। ਉਹ ਇਖਲਾਕ ਦੇ ਕਿੰਨੇ ਉੱਚੇ ਸਨ। ਕਹਿੰਦੇ ਨੇ ਇੱਕ ਵਾਰ ਸਰਦਾਰ ਹਰੀ ਸਿੰਘ ਨਲੂਆ ਮੁਹਿੰਮ ਜਿੱਤ ਕੇ, ਜੰਗ ਜਿੱਤ ਕੇ ਤੁਰਨ ਲੱਗਾ ਤੇ ਇੱਕ ਬਜ਼ੁਰਗ ਨੇ ਆਖਿਆ, ਜਥੇਦਾਰਾ ਤੂੰ ਤੇ ਚੱਲਿਆ ਆਪਣਾ ਕੰਮ ਕਰਕੇ, ਪਰ ਹਾਜੀ ਖਾਂ ਕਾਕੜ ਜਿਹੜਾ ਇਸ ਇਲਾਕੇ ਵਿੱਚ ਰਹਿਣ ਵਾਲਾ ਹੈ ਬੜਾ ਜ਼ਾਲਮ ਹੈ। ਜੇ ਤੂੰ ਇਹਨੂੰ ਨੱਥ ਨਾ ਪਾਈ, ਇਹਨੇ ਤੇਰੇ ਜਾਣ ਤੋਂ ਬਾਅਦ ਵਿੱਚ ਸਾਨੂੰ ਨਹੀਂ ਟਿਕਣ ਦੇਣਾ, ਇਹਨੇ ਸਾਨੂੰ ਨਹੀਂ ਜੀਣ ਦੇਣਾ। ਉਹਨੇ ਆਖਿਆ ਕੋਈ ਗੱਲ ਨਹੀਂ, ਮੈਂ ਹੁਣੇ ਗੱਲ ਕਰ ਲੈਣਾ ਹੈ। ਜਥੇਦਾਰ ਨੇ ਇੱਕ ਚਿੱਠੀ ਲਿਖੀ, ਹਾਜੀ ਖਾਂ ਕਾਕੜ ਆਪਣੇ ਆਪ ਨੂੰ ਸੰਭਲ ਜਾ ਤੇ ਨਿਰਦੋਸ਼ ਲੋਕਾਂ ਉੱਤੇ ਜ਼ੁਲਮ ਕਰਨਾ ਬੰਦ ਕਰ ਦੇ। ਇਹ ਚਿੱਠੀ ਲੈ ਕੇ ਇੱਕ ਸਿਪਾਹੀ ਗਿਆ। ਸਿਪਾਹੀ ਨੇ ਜਾਂਦਿਆਂ ਸਾਰ ਆਖਿਆ, ਹਾਜੀ ਖਾਂ ਕਾਕੜ ਆ ਜਿਹੜੀ ਪੱਤਰਕਾ ਮੈਂ ਤੇਰੇ ਵੱਲ ਲੈ ਕੇ ਆਏ ਸਰਦਾਰ ਹਰੀ ਸਿੰਘ ਨਲੂਏ ਦੀ ਲਿਖੀ ਹੋਈ ਹੈ। ਕੋਈ ਆਮ ਇਨਸਾਨ ਨਹੀਂ, ਮਹਾਨ ਮਰਦੇ ਸੂਰਮਾ ਹੈ, ਤੇ ਯਾਦ ਰੱਖ ਉਹਦੇ ਨਾਲ ਲੜਨ ਦੀ ਤਾਕਤ ਤੇਰੇ ਵਿੱਚ ਨਹੀਂ। ਉਹਦੇ ਕੋਲੋਂ ਮਾਫੀ ਮੰਗ ਤੇ ਉਹਦੇ ਨਾਲ ਸੁਲ੍ਹਾ ਕਰ ਲੈ। ਹਾਜੀ ਖਾਂ ਕਾਕੜ ਨੇ ਆਖਿਆ, ਮੈਂ ਫੌਜਾਂ ਦਾ ਮਾਲਕ, ਬਾਦਸ਼ਾਹ ਦਾ ਹੱਥ ਮੇਰੇ ਸਿਰ ਉੱਤੇ, ਤੇ ਮੈਂ ਇੱਕ ਸਿੱਖ ਦੇ ਕੋਲੋਂ ਡਰ ਜਾਵਾਂ। ਕਹਿੰਦੇ ਨੇ ਜਦੋਂ ਮੈਦਾਨੇ ਜੰਗ ਵਿੱਚ ਪਿੜ ਪਿਆ ਨਾ, ਤੇ ਹਾਜੀ ਖਾਂ ਕਾਕੜ ਸਰਦਾਰ ਹਰੀ ਸਿੰਘ ਨਲੂਏ ਦੀ ਕੈਦ ਵਿੱਚ ਆ ਗਿਆ। ਹੁਣ ਕੱਲਾ ਕੈਦ ਵਿੱਚ ਹੀ ਨਹੀਂ ਪਾਇਆ, ਇਹਦੇ ਸਿਰ ਉੱਤੇ ਮਿੱਟੀ ਦੇ ਟੋਕਰੇ ਚੁਕਵਾਏ ਜਾਂਦੇ ਨੇ, ਇਹਦੇ ਸਿਰ ਉੱਤੇ ਇੱਟਾਂ ਚਕਾਈਆਂ ਜਾਂਦੀਆਂ ਨੇ, ਤੇ ਜਿਹੜੇ ਕਿਲੇ ਉਸਾਰੇ ਜਾ ਰਹੇ ਨੇ ਉਹਨਾਂ ਨੂੰ ਸਰ ਕਰਨ ਵਾਸਤੇ, ਉਹਨਾਂ ਕਿਲਿਆਂ ਦੀ ਉਸਾਰੀ ਕਰਨ ਵਾਸਤੇ ਇਹਨਾਂ ਕੋਲੋਂ ਮਜ਼ਦੂਰੀ ਕਰਵਾਈ ਜਾ ਰਹੀ ਹੈ। ਇੱਕ ਦਿਨ ਹਾਜੀ ਖਾਂ ਕਾਕੜ ਨੇ ਆਖਿਆ, ਸਿਪਾਹੀਓ ਸਾਨੂੰ ਤੇ ਭੁੱਲ ਹੀ ਗਿਆ ਕਿ ਕਦੇ ਅਸੀਂ ਵੀ ਸਰਦਾਰ ਸਾਂ, ਜਿਵੇਂ ਅੱਜ ਸਾਨੂੰ ਭੁੱਲ ਗਏ ਕਿ ਕਦੇ ਅਸੀਂ ਵੀ ਹੀਰੇ ਜਿਹੜੀਆਂ ਕਲਗੀਆਂ ਆਪਣੇ ਸੀਸ ਉੱਤੇ ਸਜਾਇਆ ਕਰਦੇ ਸਾਂ, ਤਖਤ ਦੇ ਮਾਲਕ ਸਾਂ, ਤੇ ਧੂਏ ਦੇ ਫਕੀਰ ਬਣ ਕੇ ਬੈਠ ਗਏ। ਅਸੀਂ ਫਕੀਰ ਕਿਵੇਂ ਬਣੇ? ਕਿਉਂਕਿ ਸਾਡੇ ਗਦਾਰ ਸਾਡੇ ਉੱਤੇ ਰਾਜ ਕਰ ਰਹੇ ਨੇ, ਤੇ ਦੂਸਰੀਆਂ ਕੌਮਾਂ ਨੇ ਆਪਣੇ ਗਦਾਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ, ਉਹਨਾਂ ਨੂੰ ਮੌਤ ਦੀਆਂ ਸਜ਼ਾਵਾਂ ਦਿੱਤੀਆਂ। ਸਾਡੀ ਬਦਕਿਸਮਤੀ, ਅਸੀਂ ਗਦਾਰਾਂ ਦੇ ਹੱਥਾਂ ਵਿੱਚ ਆਪਣੀ ਵਾਗ ਡੋਰ ਦਿੱਤੀ ਸੀ। ਹਾਜੀ ਖਾਂ ਕਾਕੜ ਨੇ ਆਖਿਆ, ਉਹ ਕੁਝ ਕਰੋ, ਮਿੱਟੀ ਮੇਰੇ ਕੋਲੋਂ ਸਿਰ ਉੱਤੇ ਨਹੀਂ ਢੋਈ ਜਾਂਦੀ। ਇੱਕ ਸਿਪਾਹੀ ਨੇ ਆਖਿਆ, ਸਰਦਾਰ ਜਥੇਦਾਰ, ਇੱਕ ਸਿਪਾਹੀ ਨੇ ਆਖਿਆ, ਖਾਨ ਸਾਹਿਬ ਮੈਂ ਤੇ ਪਹਿਲੋਂ ਹੀ ਆਖਿਆ ਸੀ ਮਾਫੀ ਮੰਗ ਲਵੋ। ਇਹਨੇ ਆਖਿਆ, ਜੇ ਮੇਰੇ ਉਦੋਂ ਭੁੱਲ ਹੋ ਗਈ ਹੈ ਤੇ ਹੁਣੀ ਕੋਈ ਯਤਨ ਕਰੋ। ਇਹਨੇ ਆਖਿਆ, ਅਜੇ ਵੀ ਕੀਤੀ ਜਾ ਸਕਦੀ ਹੈ ਭੁੱਲ ਦਾ ਸੁਧਾਰ। ਗੁਰੂ ਨਾਨਕ ਦਾ ਸਿੱਖ ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ ਪੜ੍ਹਦਾ ਹੋਵੇ ਬਾਣੀ, ਤੇ ਜਦੋਂ ਬਾਣੀ ਤੋਂ ਵਿਹਲਾ ਹੋਵੇ ਉਹਦੇ ਕੋਲ ਚਲੇ ਜਾਓ, ਜੋ ਮੰਗੀਏ ਸਿੱਖ ਦੇ ਦਿੰਦਾ ਹੈ, ਕਦੇ ਨਹੀਂ ਮੋੜਦਾ। ਇਹਨੇ ਦਿਆਲੂ ਸੁਭਾਅ ਦਾ ਮਾਲਕ ਹੈ। ਇਹਨੇ ਆਖਿਆ, ਸੱਚ ਕਹਿਣਾ ਹੈ? ਸਿਪਾਹੀ ਨੇ ਆਖਿਆ, ਸੱਚ ਕਹਿਣਾ। ਜੇ ਤੈਨੂੰ ਯਕੀਨ ਨਹੀਂ ਹਾਜੀ ਖਾਂ ਕਾਕੜ, ਇੱਕ ਘਟਨਾ ਮੈਂ ਤੇਰੇ ਨਾਲ ਸਾਂਝੀ ਕਰਦਾ ਜਿਹਦੇ ਨਾਲ ਤੈਨੂੰ ਯਕੀਨ ਹੋ ਜਾਵੇਗਾ। ਇਹਨੇ ਆਖਿਆ, ਉਹ ਕੀ? ਇਹਨੇ ਆਖਿਆ, ਇੱਕ ਵਾਰੀ ਜੁਬਾਰ ਖਾਂ ਹਰੀ ਸਿੰਘ ਨਲੂਏ ਨਾਲ ਜੰਗ ਕਰਦਾ ਕਰਦੇ ਆਪਣੇ ਬਾਹ ਵਢਾ ਬੈਠਾ। ਜਦੋਂ ਗਿਆ ਘਰ ਵਿੱਚ, ਜੁਬਾਰ ਖਾਂ ਦੀ ਭੈਣ ਬਾਨੋ ਨੇ ਆਪਣੇ ਵੀਰ ਦੇ ਹਾਲਾਤ ਵੇਖੇ। ਕਹਿਣ ਲੱਗੀ, ਵੀਰਾ ਜਿਹਨੇ ਤੇਰੀ ਇਹ ਹਸ਼ਰ ਕੀਤੇ ਨੇ ਨਾ, ਮੈਂ ਉਹਨੂੰ ਜਿਉਂਦਾ ਨਹੀਂ ਰਹਿਣ ਦੇਵਾਂਗਾ, ਮੈਂ ਉਹਨੂੰ ਮੌਤ ਦੇ ਘਾਟ ਉਤਾਰ ਦੇਵਾਂਗੀ। ਕਹਿਣ ਲੱਗਾ, ਭੈਣੇ ਜਿਹਦਾ ਮੈਂ ਕੁਝ ਨਹੀਂ ਵਿਗਾੜ ਸਕਿਆ ਤੂੰ ਕੀ ਵਿਗੜਾਵੇਂਗੀ? ਇਹਨੇ ਆਖਿਆ, ਔਰਤ ਆਪਣੀ ਆਈ ਉੱਤੇ ਆ ਜਾਵੇ, ਜੋ ਚਾਹਵੇ ਕਰ ਦਿੰਦੀ ਏ,
मैं ਉਹਨੂੰ मौत ਦੇ ਘਾਟ ਉਤਾਰ ਕੇ ਫੇਰ ਸਾਹ ਲਵਾਂਗੀ। ਬਾਨੋ ਨੇ ਭੇਸ ਬਦਲਾਇਆ, ਸਿੱਖਾਂ ਦੀ ਛਾਉਣੀ ਵਿੱਚ ਚਲੀ ਗਈ, ਪਹੁੰਚੀ ਉੱਥੇ ਜਿੱਥੇ ਸਰਦਾਰ ਹਰੀ ਸਿੰਘ ਨਲੂਆ ਲੇਟਿਆ ਹੋਇਆ ਹੈ। ਇਹਨੇ ਤੇਜ਼ ਧਾਰ ਖੰਜ ਆਪਣੀ ਡੱਬ ਵਿੱਚੋਂ ਕੱਢਿਆ, ਲੇਟੇ ਹੋਏ ਸਰਦਾਰ ਦੀ ਛਾਤੀ ਵਿੱਚ ਖੋਪਣ ਲੱਗੀ। ਇਹਦੀ ਆਤਮਾ ਨੇ ਆਵਾਜ਼ ਦਿੱਤੀ, ਬਾਨੋ ਐਵੇਂ ਮਾਰੇਂਗੀ ਤੇ ਇਹ ਸ਼ਹੀਦ ਹੋ ਜਾਵੇਗਾ, ਦੁਨੀਆ ਦੇ ਲੋਕ ਇਹਨੂੰ ਪੂਜਣਗੇ, ਇਹਦਾ ਸਤਿਕਾਰ ਕਰਿਆ ਕਰਨਗੇ। ਇਹਨੂੰ ਐਸੀ ਮੌਤੇ ਮਾਰ ਇਹ ਰੋਜ਼ ਮਰੇ ਅਤੇ ਮੌਤ ਨੂੰ ਲੋਚੇ, ਪਰ ਇਹਨੂੰ ਮੌਤ ਨਾ ਆਵੇ। ਇਹਦੇ ਅੰਦਰ ਦੀ ਮਨ ਦੀ ਆਵਾਜ਼ ਨੇ ਆਖਿਆ, ਬਾਨੋ ਕਿਵੇਂ? ਇਹਨੇ ਆਖਿਆ, ਇਹਨੂੰ ਉਠਾ, ਇਹਨੂੰ ਮਾਰਨਾ। ਬਾਨੋ ਨੇ ਖੜਾ ਕੀਤਾ, ਸਰਦਾਰ ਦੀ ਅੱਖ ਖੁੱਲੀ, ਪਲੰਘੇ ਉੱਤੋਂ ਝੱਟ ਦੇਣੀ ਉੱਠ ਕੇ ਬੈਠਾ। ਅਤ ਸੁੰਦਰ ਔਰਤ ਆਪਣੀਆਂ ਅੱਖਾਂ ਦੇ ਸਾਹਮਣੇ ਵੇਖੀ, ਹਮ ਉਮਰ ਔਰਤ ਆਪਣੀਆਂ ਅੱਖਾਂ ਦੇ ਸਾਹਮਣੇ ਵੇਖੀ ਤੇ ਮੁਖ ਵਿੱਚੋਂ ਇੱਕੇ ਵਾਰੀ ਆਵਾਜ਼ ਨਿਕਲੀ, ਬੀਬਾ ਤੂੰ ਕੌਣ? ਇਹਨੇ ਆਖਿਆ, ਸਰਦਾਰਾ ਮੈਂ ਬਾਨੋ, ਜੁਬਾਰ ਖਾਂ ਦੀ ਭੈਣ। ਇਹ ਕਹਿਣ ਲੱਗਾ, ਇੱਥੇ ਕਿਵੇਂ ਆਈ? ਸਰਦਾਰਾ ਤੈਨੂੰ ਮਾਰਨ ਵਾਸਤੇ ਆਈ ਸਾਂ। ਸਰਦਾਰ ਨੇ ਆਖਿਆ, ਮੌਕਾ ਸੀ ਤੁਹਾਡੇ ਕੋਲ, ਫਿਰ ਮਾਰਿਆ ਕਿਉਂ ਨਹੀਂ? ਇਹਨੇ ਆਖਿਆ, ਮਾਰਿਆ ਮੈਂ ਤਾਂ ਨਹੀਂ, ਮੇਰਾ ਚਿੱਤ ਚਾਹੁੰਦਾ ਏ ਮੇਰੀ ਕੁੱਖ ਵਿੱਚ ਤੇਰੇ ਵਰਗਾ ਪੁੱਤ ਹਰੀ ਸਿੰਘ ਨਲੂਏ ਵਰਗਾ ਮਰਦ ਮੇਰੀ ਕੁੱਖ ਵਿੱਚੋਂ ਪੈਦਾ ਹੋਵੇ। ਤੂੰ ਮੇਰੇ ਨਾਲ ਨਿਕਾਹ ਕਰਾ ਲਾ। ਜੇ ਤੂੰ ਨਿਕਾਹ ਨਹੀਂ ਵੀ ਕਰਾਉਣਾ ਮੈਨੂੰ ਤਾਂ ਵੀ ਕੋਈ ਪਰਵਾਹ ਨਹੀਂ, ਪਰ ਮੇਰੇ ਮਨ ਦੀ ਤਮੰਨਾ ਪੂਰੀ ਕਰ ਦੇ, ਤੇਰੇ ਵਰਗਾ ਪੁੱਤ ਮੇਰੀ ਗੋਦ ਵਿੱਚ ਖੇਡੇ। ਸਰਦਾਰ ਅਖਲਾਕ ਦਾ ਕਿੰਨਾ ਉੱਚਾ ਸੀ। ਇਹਨੇ ਆਖਿਆ, ਬੀਬਾ ਅੱਜ ਨਹੀਂ, ਸਵੇਰੇ ਆਵੀਂ, ਮੈਂ ਤੈਨੂੰ ਸਵੇਰੇ ਮਨ ਨਾਲ ਵਿਚਾਰ ਕਰਕੇ ਦੱਸਾਂਗਾ। ਕਹਿੰਦੇ ਨੇ ਰਾਤ ਬਾਨੋ ਦੀ ਔਖੀ ਬਤੀਤ ਹੋਈ, ਦਿਨ ਚੜੇਗਾ ਮੈਂ ਸਰਦਾਰ ਦੇ ਕੋਲ ਜਾਵਾਂਗੀ, ਕੀ ਜਵਾਬ ਦੇਵੇਗਾ? ਕਹਿੰਦੇ ਦਿਨ ਚੜਿਆ, ਗਈ ਸਰਦਾਰ ਦੇ ਕੋਲ। ਸਰਦਾਰ ਪਲੰਘੇ ਉੱਤੇ ਆਪਣੀਆਂ ਲੱਤਾਂ ਥੱਲੇ ਲਮਕਾ ਕੇ ਬੈਠਾ ਹੈ। ਜਦੋਂ ਬਾਨੋ ਕਮਰੇ ਵਿੱਚ ਆਈ, ਸਰਦਾਰ ਨੇ ਆਪਣਾ ਸਥਾਨ ਛੱਡ ਦਿੱਤਾ, ਉੱਠ ਕੇ ਖੜਾ ਹੋ ਗਿਆ, ਬਾਨੋ ਨੂੰ ਉਸ ਧਰਤੀ ਉੱਤੇ ਬਿਠਾ ਦਿੱਤਾ, ਆਪ ਬਾਨੋ ਦੇ ਕਦਮਾਂ ਵਿੱਚ ਬੈਠ ਗਿਆ, ਆਪਣਾ ਸਿਰ ਬਾਨੋ ਦੇ ਪੱਟਾਂ ਉੱਤੇ, ਗੋਡਿਆਂ ਉੱਤੇ ਰੱਖ ਦਿੱਤਾ। ਬਾਨੋ ਨੇ ਹੌਲੀ ਹੌਲੀ ਸਰਦਾਰ ਦੇ ਸੀਸ ਉੱਤੇ ਹੱਥ ਫੇਰਿਆ, ਕਹਿਣ ਲੱਗੀ, ਸਰਦਾਰ ਜੀ ਇਹ ਕੀ ਕਰ ਰਹੇ ਜੇ? ਸਰਦਾਰ ਨੇ ਆਖਿਆ, ਆਪਣਾ ਕੱਲ ਵਾਲਾ ਸਵਾਲ ਇੱਕ ਵਾਰੀ ਫੇਰ ਦੁਹਰਾਓ। ਸਰਦਾਰਾ ਮੇਰਾ ਚਿੱਤ ਚਾਹੁੰਦਾ ਏ ਮੇਰੀ ਗੋਦ ਵਿੱਚ ਤੇਰੇ ਵਰਗਾ ਮਰਦ ਪੈਦਾ ਹੋਵੇ, ਮੇਰੀ ਗੋਦ ਵਿੱਚ ਖੇਡੇ। ਤੇ ਸਰਦਾਰ ਨੇ ਆਖਿਆ, ਬੀਬੀ ਬਾਨੋ, ਫਿਰ ਸਰਦਾਰ ਹਰੀ ਸਿੰਘ ਨਲੂਆ ਇਸ ਧਰਤੀ ਉੱਤੇ ਇੱਕੋ ਹੀ ਇੱਕ ਹੈ, ਕੋਈ ਦੋ ਨਹੀਂ। ਜੇ ਚਾਹੁੰਦੀ ਹੈ ਤੇਰੀ ਗੋਦ ਵਿੱਚ ਹਰੀ ਸਿੰਘ ਨਲੂਏ ਵਰਗਾ ਸਰਦਾਰ ਖੇਡੇ, ਤੇ ਅੱਜ ਤੋਂ ਤੂੰ ਮੇਰੀ ਮਾਂ ਤੇ ਮੈਂ ਤੇਰਾ ਪੁੱਤ। ਗੱਜ ਕੇ ਕਹਿ ਦਿਓ, ਸਤਨਾਮ ਸ੍ਰੀ ਵਾਹਿਗੁਰੂ। ਐਵੇਂ ਨਹੀਂ ਕਿਲਿਆਂ ਦੇ ਕਿਲੇ ਜਿੱਤੇ, ਐਵੇਂ ਨਹੀਂ ਸ਼ੇਰ ਨਾਲ ਪੰਜਾ ਪਾਇਆ, ਬਿਨਾਂ ਸ਼ਸਤਰਾਂ ਤੋਂ ਮਰਦ ਨੇ ਚਪਾੜਿਆਂ ਤੋਂ ਫੜ ਕੇ ਦੋ ਟੋਟੇ ਕਰਕੇ ਰੱਖ ਦਿੱਤਾ, ਪਾੜ ਕੇ ਰੱਖ ਦਿੱਤਾ ਸ਼ੇਰ ਨੂੰ। ਜਦੋਂ ਸ਼ੇਰ ਦਾ ਸ਼ਿਕਾਰ ਇਸ ਮਰਦ ਨੇ ਕੀਤਾ ਨਾ, ਉਸ ਵੇਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੀ। ਇਹਨੇ ਆਖਿਆ, ਤੂੰ ਹਰੀ ਸਿੰਘ ਕਾਹਦਾ? ਤੂੰ ਤੇ ਰਾਜੇ ਨਲ ਵਾਲੀ ਕਰ ਦਿੱਤੀ ਹੈ, ਜਾਂ ਰਾਜੇ ਨਲ ਨੇ ਬਿਨਾਂ ਸ਼ਸਤਰਾਂ ਤੋਂ ਸ਼ੇਰ ਮਾਰਿਆ ਸੀ, ਜਾਂ ਤੂੰ ਮਾਰਿਆ ਹੈ? ਤੇ ਤੇਰੇ ਨਾਂ ਦੇ ਨਾਲ ਅੱਜ ਤੋਂ ਹਰੀ ਸਿੰਘ ਨਲੂਆ ਲਾਇਆ, ਤੇ ਨਲੂਆ ਮਰਦ ਦੇ ਨਾਂ ਦਾ ਸ਼ਿੰਗਾਰ ਬਣ ਗਿਆ। ਅੱਜ ਜਦੋਂ ਯਾਦ ਕੀਤਾ ਜਾਂਦਾ ਹੈ, ਹਰੀ ਸਿੰਘ ਕਹਿਣਾ ਭਾਵੇਂ ਕੋਈ ਭੁੱਲ ਜੇ, ਪਰ ਨਲੂਆ ਕਹਿਣਾ ਕੋਈ ਨਹੀਂ ਜੇ ਭੁੱਲਦਾ। ਉਸ ਮਰਦ ਨੇ ਕਿਲੇ ਜਿੱਤੇ, ਕਿਲਿਆਂ ਉੱਤੇ ਕਬਜ਼ੇ ਕੀਤੇ। ਉਸ ਮਰਦ ਦੀ ਕੈਦ ਵਿੱਚ ਹਾਜੀ ਖਾਂ ਕਾਕੜੇ, ਹਾਜੀ ਖਾਂ ਕਾਕੜ ਨੇ ਇੱਕ ਪੱਤਰਕਾ ਲਿਖੀ, ਸਰਦਾਰਾ ਮੈਂ ਤੈਨੂੰ ਮਿਲਣਾ ਚਾਹੁੰਦਾ ਹੈ। ਇਜਾਜ਼ਤ ਮਿਲ ਗਈ। ਅੰਮ੍ਰਿਤ ਵੇਲੇ ਗਿਆ ਹਾਜੀ ਖਾਂ ਕਾਕੜ, ਮੂੰਹ ਵਿੱਚ ਇਹਨੇ ਘਾ ਲਿਆ ਤੇ ਜਾਂਦਿਆਂ ਸਾਰ ਚਰਨਾਂ ਉੱਤੇ ਸੀਸ ਰੱਖ ਕੇ ਕਹਿਣ ਲੱਗਾ, ਸਰਦਾਰ ਹਰੀ ਸਿੰਘ ਨਲੂਆ ਜੀ, ਮੇਰੇ ਉੱਤੇ ਰਹਿਮ ਕਰੋ, ਮੇਰੀ ਭੁੱਲ ਨੂੰ ਬਖਸ਼ ਦੇਵੋ, ਮੈਨੂੰ ਆਜ਼ਾਦ ਕਰ ਦੇਵੋ, ਮੈਨੂੰ ਰਿਹਾ ਕਰ ਦੇਵੋ। ਉਹ ਤੈਨੂੰ ਤੇਰੇ ਗੁਰੂ ਨਾਨਕ ਦਾ ਵਾਸਤਾ, ਮੈਨੂੰ ਛੱਡ ਦੇ। ਨਾਲ ਦੇ ਸਿਪਾਹੀਆਂ ਨੇ ਆਖਿਆ, ਜਥੇਦਾਰ ਬੜਾ ਦਿਆਲੂ, ਇਹਨੇ ਛੱਡ ਦੇਣਾ ਹੈ। ਕਹਿਣ ਲੱਗੇ, ਜਥੇਦਾਰ ਜੀ ਬੜੀ ਨੀਚ ਆਤਮਾ ਜੇ, ਇਹਨੂੰ ਛੱਡਿਓ ਨਾ, ਇਹਨੇ ਤੁਹਾਡੇ ਨਾਲ ਕੋਈ ਭਲਾਈ ਨਹੀਂ ਜੇ ਕਰਨੀ। ਇਹਨੇ ਆਖਿਆ, ਇਹਨੇ ਗੁਰੂ ਨਾਨਕ ਦਾ ਵਾਸਤਾ ਪਾਇਆ ਏ। ਉਹ ਹਾਜੀ ਸਾਹਿਬ ਕਾਕੜ, ਤੂੰ ਮੇਰੇ ਬਾਬੇ ਨਾਨਕ ਨੂੰ ਸਮਝਿਆ ਕੀ? ਜੇ ਮੰਗਿਆ ਵੀ ਤੇ ਕੀ ਆਪਣੀ ਰਿਹਾਈ? ਜੇ ਤੂੰ ਕਹਿੰਨੋ ਸਰਦਾਰਾ ਮੇਰਾ ਇਲਾਕਾ ਛੱਡ ਕੇ ਚਲਿਆ ਜਾ, ਕਹਿੰਦੇ ਅਸੀਂ ਬਣੇ ਬਰੰਤਰੇ ਕਿਲੇ ਛੱਡ ਕੇ ਇੱਥੋਂ ਤੁਰ ਜਾਣਾ ਸੀ। ਕਹਿੰਦੇ ਨੇ ਹਾਜੀ ਖਾਂ ਕਾਕੜ ਦੀ ਰਿਹਾਈ ਹੋ ਗਈ। ਪਹੁੰਚਾ ਕਾਬਲ ਦੀ ਧਰਤੀ ਉੱਤੇ, ਰੋਬ ਝਾੜਨ ਲੱਗਾ, ਜਾ ਕੇ ਕਹਿਣ ਲੱਗਾ, ਓਏ ਮੈਂ ਜੇਲ੍ਹ ਵਿੱਚ ਕਾਹਦਾ ਪੈ ਗਿਆ? ਤੁਸੀਂ ਆਪਣੇ ਹਥਿਆਰ ਹੀ ਸੁੱਟ ਦਿੱਤੇ, ਟਕੇ ਟਕੇ ਤੇ ਜਿਨ੍ਹਾਂ ਦੀਆਂ ਬਹੁ ਬੇਟੀਆਂ ਵਿਕ ਜਾਂਦੀਆਂ ਸਨ, ਜਿਨ੍ਹਾਂ ਦਾ ਹੁਸਨ, ਜਿਨ੍ਹਾਂ ਦਾ ਧਨ, ਜਿਨ੍ਹਾਂ ਦਾ ਦੌਲਤ ਬੰਨ ਕੇ ਲਿਆਉਣ ਵਾਸਤੇ ਸਾਡੇ ਮਰਦ ਜਾਂਦੇ ਸਨ, ਅੱਜ ਉਹਨਾਂ ਨੇ ਸਾਡੇ
ਬੂਹਿਆਂ ਦੇ ਅੱਗੇ ਆਣ ਕੇ ਕਿਲੇ ਅਸਾਰ ਦੇ ਤੇ ਤੁਹਾਨੂੰ ਜਿਉਂਦੀ ਕੌਮ ਤਾਂ ਮੰਨਾਂਗਾ ਜੇ ਆਪਣੇ ਹੱਥਾਂ ਨਾਲ ਉਸਰੇ ਹੋਏ ਕਿਲਿਆਂ ਨੂੰ ਢਾ ਕੇ ਮਿੱਟੀ ਵਿੱਚ ਮਿਲਾ ਦੇਵੋ। ਦੋਸਤ ਮੁਹੰਮਦ ਖਾਨ ਨੇ ਆਖਿਆ, ਹਾਜੀ ਖਾਂ ਕਾਕੜ ਜਿੰਨੀ ਫੌਜ ਚਾਹੁੰਦੇ ਏ ਉਹ ਲੈ ਜਾ ਤੇ ਜਾ ਕੇ ਕਿਲਿਆਂ ਉੱਤੇ ਕਬਜ਼ਾ ਕਰ। ਇਹਨੇ ਆਖਿਆ, ਮੇਰਾ ਸਰੀਰ ਅਜੇ ਤੰਦਰੁਸਤ ਨਹੀਂ, ਮੈਂ ਨਵਾਂ ਜੇਲ੍ਹ ਵਿੱਚੋਂ ਆਇਆ ਏ। ਕਹਿੰਦੇ ਨੇ ਦੋਸਤ ਮੁਹੰਮਦ ਖਾਨ ਨੇ ਆਪ ਤਿਆਰੀ ਕੀਤੀ, ਨੈਵਲ ਮਿਰਜ਼ਾ ਸ਼ੰਮੀ ਖਾਨ ਨੂੰ ਨਾਲ ਲਿਆ, 5 ਪੁੱਤਰਾਂ ਦੇ ਗੁੱਟਾਂ ਤੇ ਸ਼ਹਾਦਤ ਦੇ ਗਾਨੇ ਬੱਧੇ, ਜਹਾਦ ਦਾ ਝੰਡਾ ਕਾਬਲ ਦੀ ਧਰਤੀ ਉੱਤੇ ਫੇਰਿਆ। ਕਾਬਲ ਦੀ ਧਰਤੀ ਤੋਂ ਫੌਜਾਂ ਜਿਵੇਂ ਤੁਰਦੀਆਂ ਨੇ ਜਮਰੌਦ ਦੀ ਧਰਤੀ ਵੱਲ ਨੂੰ, ਉਸ ਵੇਲੇ ਦੀਆਂ ਲੈਣਾਂ ਨੂੰ ਬੱਗੇ ਦਾ ਢਾਡੀ ਜੱਥਾ ਬੇਨਤੀ ਏ ਇਉਂ ਕਰ। ਗੂੰਜਣ ਅਲੀ ਦੇ ਚੌਪਾਸੀ ਨਾਰੇ, ਦਲ ਵਿੱਚ ਗੂੰਜਣ ਅਲੀ ਦੇ ਚੌਪਾਸੀ ਨਾਰੇ। ਮੌਤ ਵੇ ਆਉਣ ਨੂੰ ਕਰ ਲੈ ਤਿਆਰੇ, ਲਾੜੀ ਮੌਤ ਵੇ ਆਉਣ ਨੂੰ ਕਰ ਲੈ ਤਿਆਰੇ। ਬਰਸ਼ੀਆਂ ਮਾਰਨ ਚਮਕਾਰੇ,
तेगा बरशियां मारन चमकारे लिश्कते गा परछियां मारन चमकारे ज्यों बिजली विच बदला था था लिशकारे ज्यों बिजली विच बदला था था लिशकारे ज्यों बिजली विच बदला 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 जो बिजली विच बदला था था लिशकारे बदते होन तूफान जो रण मंडन हारे बदते होन तूफान जो रण मंडन हारे बदते होन तूफान जो रण मंडन हारे जो छल उठे सागरों आखरे किनारे जो छल उठे